ਕਾਰਜੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਨਿਤਨੇਮ ਕਰਮ ਅਨੁਸਾਰ ਪਰਮਾਤਮਾ ਦੇ ਚਰਨਾਂ ਕਮਲਾਂ ਦੀਆਂ ਹਾਜ਼ਰੀਆਂ ਭਰ ਕੇ ਜ਼ਿੰਦਗੀ ਦੇ ਇਹਨਾਂ ਸਵਾਸਾਂ ਨੂੰ ਸਫਲਿਆਂ ਕਰਨ ਦੇ ਯਤਨ ਪਏ ਕਰਦੇ ਹਾਂ। ਬਖਸ਼ਿੰਦ ਪਰਮਾਤਮਾ ਆਪਣੀ ਰਹਿਮਤ ਬਖਸ਼ਿਸ਼ ਦੇ ਨਾਲ ਸਿਰ 'ਤੇ ਮਿਹਰਾਂ ਦੇ ਹੱਥ ਰੱਖਦੇ ਨੇ, ਜਿਸ ਦੀ ਬਦੌਲਤ ਮਨੁੱਖ ਨੂੰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਗੁਰਬਾਣੀ ਨੂੰ ਪੜ੍ਹਨ ਸੁਣਨ ਦਾ ਸਮਾਂ ਜਿਹੜਾ ਹੈ ਇਹ ਮਿਲ ਰਿਹਾ ਹੈ। ਸੰਸਾਰ ਦੇ ਵਿੱਚ ਵਿਚਰਦਾ ਹੋਇਆ ਮਨੁੱਖ ਦੁਨੀਆ ਦੇ ਅਨੇਕਾਂ ਤਰ੍ਹਾਂ ਦੇ ਬੋਲਾਂ ਨੂੰ ਸੁਣਦਾ ਹੈ ਤੇ ਸੁਣ ਕੇ ਉਹਨਾਂ ਨੂੰ ਮੰਨ ਵੀ ਲੈਂਦਾ ਹੈ। ਮੰਨਿਆ ਕੀ ਹੈ? ਕਿਸੇ ਨੇ ਅੱਜ ਬੋਲ ਬੋਲੇ ਨੇ ਤੇ ਅੱਜ ਬੋਲੇ ਹੋਏ ਬੋਲ ਬੰਦਾ 10 ਸਾਲ ਤੱਕ, 20 ਸਾਲ, 50 ਸਾਲ ਤੱਕ ਤਕਰੀਬਨ ਸਾਰੀ ਜ਼ਿੰਦਗੀ ਚੇਤੇ ਰੱਖਦਾ ਹੈ। ਬੜਾ ਕੁਛ ਇਹਨੇ ਆਪਣੇ ਚੇਤੇ ਸ਼ਕਤੀ ਦੇ ਵਿੱਚ ਛੁਪਾ ਕੇ ਰੱਖਿਆ ਹੋਇਆ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਿੱਥੇ ਤੋਂ ਸੰਸਾਰ ਦੀ ਗੱਲ ਨੂੰ ਸੁਣ ਕੇ ਮੰਨ ਲਿਆ, ਉਹ ਸੰਸਾਰ ਦੀਆਂ ਜਿੰਨਾ ਵੀ ਗੱਲਾਂ ਨੇ, ਇਹ ਸਾਰੀ ਦੀਆਂ ਸਾਰੀਆਂ ਗੱਲਾਂ ਤੇਰੇ ਨਾਲ ਸਦਾ ਵਾਸਤੇ ਨਾਲ ਨਹੀਂ ਨਿਭਣੀਆਂ। ਜਿਹੜੀ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ ਤੇਰੇ 'ਤੇ ਕਿ ਜਿੰਨੇ ਪਰਮਾਤਮਾ ਦੇ ਬੋਲ ਨੇ, ਉਹ ਪਰਮਾਤਮਾ ਦੇ ਜਿਹੜੇ ਬੋਲ ਨੇ ਉਹ ਤੇਰੇ ਨਾਲ ਉਸ ਵਕਤ ਵੀ ਤੇਰੇ ਕੋਲ ਹੋਣਗੇ ਜਿਸ ਵਕਤ ਤੇਰੇ ਕੋਲ ਬਾਕੀ ਦਾ ਸਾਰੇ ਦਾ ਸਾਰਾ ਸੰਸਾਰ ਨਾ ਹੋਇਆ। ਬਾਕੀ ਸਾਰਾ ਸੰਸਾਰ ਇੱਕ ਪਾਸੇ ਹੈ ਤੇ ਪਰਮਾਤਮਾ ਦੇ ਬੋਲ ਇੱਕ ਪਾਸੇ ਨੇ। ਪਰਮਾਤਮਾ ਦੇ ਬੋਲ ਮਨੁੱਖ ਨੂੰ ਲੋਕ ਦੇ ਵਿੱਚ ਵੀ ਸਹਾਇਤਾ ਕਰਦੇ ਨੇ ਤੇ ਪਰਮਾਤਮਾ ਦੇ ਬੋਲ ਪਰਲੋਕ ਦੇ ਵਿੱਚ ਵੀ ਸਹਾਇਕ ਹੁੰਦੇ ਨੇ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਪਰ ਤੇਰੇ ਕੋਲ ਇਹ ਪਰਮਾਤਮਾ ਦੇ ਬੋਲ ਹੋਣ, ਕਿਤੇ ਇਹ ਨਾ ਹੋਵੇ ਕਿ ਸੰਸਾਰ ਨੂੰ ਦਿਖਾਵੇ ਦੇ ਵਿੱਚ ਤੂੰ ਕਵੇਂ ਕਿ ਮੈਂ ਪਰਮਾਤਮਾ ਦੇ ਬੋਲ ਸੁਣ ਰਿਹਾ, ਪਰਮਾਤਮਾ ਦੇ ਬੋਲਾਂ ਨੂੰ ਮੰਨ ਰਿਹਾ, ਅਸਲੀਅਤ ਕੁਛ ਹੋਰ ਨਾ ਹੋਵੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਆਪ ਜੀ ਸੁਖਮਨੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ, ਅੰਤਰ ਅਗਨ ਬਾਹਰ ਤਨ ਸਵਾਹਾ। ਮਨੁੱਖ ਦੇ ਅੰਦਰ ਅਗਨ ਹੈ। ਅਗਨ ਕੋਈ ਇੱਕ ਪ੍ਰਕਾਰ ਦੀ ਨਹੀਂ ਹੈ। ਇਹਨੂੰ ਗੁਰਬਾਣੀ ਨੇ ਕਿਹਾ ਹੰਸ ਹੇਤ
ਲੋਭ ਕੋਪ ਚਾਰੇ ਨਦੀਆਂ ਅਗ, ਪਵਹਿ ਦਜਹਿ ਨਾਨਕਾ ਤਰੀਐ ਚਰਨੀ ਲਗ। ਇਹ ਚਾਰ ਪ੍ਰਕਾਰ ਦੀ ਅੱਗ ਦੇ ਚੁੱਲ੍ਹੇ ਨਹੀਂ, ਨਦੀਆਂ ਵਗਦੀਆਂ ਨੇ ਮਨੁੱਖ ਦੇ ਅੰਦਰ। ਇਹ ਚੁੱਲ੍ਹਿਆਂ ਦੀ ਅੱਗ ਨਹੀਂ ਹੈ, ਨਦੀਆਂ ਵਹਿੰਦੀਆਂ ਹਨ। ਚੁੱਲ੍ਹੇ ਦੀ ਅੱਗ ਨੂੰ ਬਹੁਤ ਜਲਦੀ ਛੇਤੀ ਕਾਬੂ ਕੀਤਾ ਜਾ ਸਕਦਾ ਹੈ। ਨਦੀਆਂ ਜੇ ਅੱਗ ਦੀਆਂ ਵਹਿੰਦੀਆਂ ਹੋਣ, ਉਹਨਾਂ ਨੂੰ ਤੇ ਕਾਬੂ ਕਰਨਾ ਬੜਾ ਔਖਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਤੇਰੇ ਅੰਦਰ ਕਾਮ ਦੀ ਅੱਗ, ਲੋਭ ਦੀ ਅੱਗ, ਕ੍ਰੋਧ ਦੀ ਅੱਗ, ਹੰਕਾਰ ਦੀ ਅੱਗ, ਇਹ ਚਾਰ ਪ੍ਰਕਾਰ ਦੀਆਂ ਨਦੀਆਂ ਤੇਰੇ ਅੰਦਰ ਵਹਿੰਦੀਆਂ ਨੇ। ਹੁਣ ਨਦੀ ਤਾਂ ਜੇ ਇੱਕ ਵਹਿੰਦੀ ਹੋਵੇ, ਉਹੀ ਸਾਰੇ ਦੇ ਸਾਰੇ ਨਗਰ ਨੂੰ ਡੋਬ ਕੇ ਲੈ ਜਾਂਦੀ ਹੈ। ਤੇ ਚਾਰ ਪ੍ਰਕਾਰ ਦੀਆਂ ਨਦੀਆਂ ਅੱਗ ਦੀਆਂ ਮਨੁੱਖ ਦੇ ਅੰਦਰ ਚੱਲਦੀਆਂ ਨੇ। ਔਰ ਬੜੇ ਸੁਚੱਜੇ ਢੰਗ ਦੇ ਨਾਲ ਇਹਨਾਂ ਅਗਨ ਨੇ ਮਨੁੱਖ ਨੂੰ ਆਪਣੀ ਲਪੇਟ ਦੇ ਵਿੱਚ ਲੈਤਾ ਹੋਇਆ ਹੈ। ਬੜੇ ਸੁਚੱਜੇ ਢੰਗ ਦੇ ਨਾਲ ਕਾਮ ਦੀ ਨਦੀ ਨੇ, ਕ੍ਰੋਧ ਦੀ ਨਦੀ ਨੇ, ਲੋਭ ਦੀ ਨਦੀ ਨੇ, ਤ੍ਰਿਸ਼ਨਾ ਦੀ ਨਦੀ ਨੇ, ਵੱਡੀ ਤਾਦਾਦ ਦੇ ਵਿੱਚ ਤੇ ਪਰਮਾਤਮਾ ਦੇ ਨਾਲ ਦੁਨੀਆ ਜੁੜਦੀ ਤ੍ਰਿਸ਼ਨਾ ਕਰਕੇ ਹੈ। ਇੱਥੋਂ ਹੀ ਪਤਾ ਲੱਗਦਾ ਹੈ ਕਿ ਜਦੋਂ ਇੱਕ ਜਗ੍ਹਾ ਤੇ ਕੁਛ ਨਾ ਮਿਲਿਆ, ਤ੍ਰਿਸ਼ਨਾ ਕਰਕੇ ਆਏ, ਕੁਛ ਨਹੀਂ ਮਿਲਿਆ, ਫਿਰ ਉਸੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਚਲੇ ਗਏ। ਇੱਥੋਂ ਤ੍ਰਿਸ਼ਨਾ ਦਾ ਪਤਾ ਲੱਗਦਾ ਹੈ ਕਿ ਕਿੰਨਾ ਕੁ ਮਨੁੱਖ ਹੈ ਜਿਹੜਾ ਇਹ ਤਰਸਾਲੂ ਹੈ। ਚਲੋ ਹੋਰ ਤੇ ਜਾਣਾ ਜਾਇਜ਼ ਹੈ, ਜਾ ਵੜਦਾ ਮਨੁੱਖ, ਕੋਈ ਗੱਲ ਨਹੀਂ। ਇੱਕ ਧਾਰਮਿਕ ਸਥਾਨ ਨੂੰ ਛੱਡਿਆ, ਕਿਸੇ ਦੂਜੇ ਧਾਰਮਿਕ ਸਥਾਨ 'ਤੇ ਚਲਿਆ ਗਿਆ ਤੇ ਕੋਈ ਗੱਲ ਨਹੀਂ। ਪਰ ਦੁਨੀਆ ਇੰਨੀ ਫਾਸਟ ਹੋ ਚੁੱਕੀ ਹੈ ਕਿ ਇਹਨਾਂ ਨੇ ਦਰਖਤਾਂ ਨੂੰ ਵੀ ਆਪਣੇ ਬਾਬੇ ਸਮਝ ਲਿਆ ਹੈ। ਇੱਕ ਦਰਖਤ ਵਿਚਾਰਾ ਕੋਈ ਬੀਜ ਡਿੱਗਿਆ ਪੁੰਗ ਰਿਹਾ, ਥੋੜਾ ਵੱਡਾ ਹੋਇਆ, ਉਹਨੂੰ ਕੋਈ ਪੱਤੇ ਟਹਿਣੀਆਂ ਲੱਗੇ, ਜਿਵੇਂ ਜਿਵੇਂ ਵੱਡਾ ਹੋ ਗਿਆ, ਜਦੋਂ ਦੁਨੀਆ ਨੂੰ ਪਤਾ ਲੱਗਿਆ ਤੇ ਉਹ ਦੁਨੀਆ ਨੇ ਉਸੇ ਦਰਖਤ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਕਹਿੰਦੇ ਇਹ ਤੇ ਬਾਬਾ ਹੈ। ਉਹ ਦਰਖਤ ਵੀ ਦੇਖ ਕੇ ਹੈਰਾਨ ਰਹਿੰਦਾ ਰਹੂਗਾ ਕਿ ਮੈਨੂੰ ਤੇ ਪਤਾ ਹੀ ਨਹੀਂ ਲੱਗਿਆ ਸੀ ਮੈਂ ਦੁਨੀਆ ਦਾ ਬਾਬਾ ਹਾਂ। ਚੰਗਾ ਹੋ ਗਿਆ ਨਾ ਸਿਆਣਿਆਂ ਨੇ ਦੱਸਤਾ। ਬੜੇ ਹਾਲਾਤ ਨੇ, ਕਿੰਨੇ ਕੁ ਬਿਆਨ ਕਰੀਏ। ਦਰਖਤ ਨੂੰ ਨਹੀਂ ਪਤਾ ਕਿ ਮੈਂ ਬਾਬਾ, ਉਹਨੂੰ ਦੁਨੀਆ ਦੱਸਦੀ ਹੈ ਕਿ ਅਸੀਂ ਤੇਰੀ ਪੂਜਾ ਇਸੇ ਕਰਕੇ ਕਰਦੇ ਹਾਂ, ਤੂੰ ਸਾਡਾ ਬਾਬਾ ਹੈ। ਦਰਖਤ ਸਿਰਫ ਦਰਖਤ ਹੈ, ਇਸ ਤੋਂ ਸਿਵਾਏ ਹੋਰ ਕੁਛ ਨਹੀਂ ਹੈ। ਤੇ ਦਰਖਤਾਂ ਦੀਆਂ ਕਰੋੜਾਂ ਤਰ੍ਹਾਂ ਦੀਆਂ ਕਿਸਮਾਂ ਨੇ, ਬਨਸਪਤੀ ਦੀਆਂ। ਇਹ ਮਨੁੱਖ ਦੀ ਤ੍ਰਿਸ਼ਨਾ ਇੱਕ ਜਗ੍ਹਾ ਤੋਂ ਪੂਰੀ ਨਹੀਂ ਹੋਈ, ਕਿਸੇ ਹੋਰ ਦਰ 'ਤੇ ਚਲੇ ਗਏ। ਉੱਥੋਂ ਨਹੀਂ ਪੂਰੀ ਹੋਈ ਕਿਸੇ ਹੋਰ ਦਰ 'ਤੇ। ਤ੍ਰਿਸ਼ਨਾ ਮਨੁੱਖ ਨੂੰ, ਤਰਸਾਲੂ ਮਨੁੱਖ ਇੰਝ ਹੀ ਸਾਰੀ ਜ਼ਿੰਦਗੀ ਤੜਫਦਾ ਰਹਿੰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸੁਚੇਤ ਕੀਤਾ ਹੈ, ਇਹ ਇੱਕ ਤੇਰੇ ਅੰਦਰ ਅੱਗ ਦੀ ਨਦੀ ਚੱਲ ਪਈ ਹੈ। ਤ੍ਰਿਸ਼ਨਾ ਦੀ ਨਦੀ, ਅੱਗ ਦੀ ਨਦੀ ਸਦਾ ਵਹਿੰਦੀ ਹੈ। ਕ੍ਰੋਧ ਦੀ ਨਦੀ ਤੇਰੇ ਅੰਦਰ ਸਦਾ ਵਹਿੰਦੀ ਹੈ ਤੇ ਕ੍ਰੋਧ ਦੀ ਨਦੀ ਤੈਨੂੰ ਬੜਾ ਤੜਫਾਉਂਦੀ ਹੈ। ਮਨੁੱਖ ਕ੍ਰੋਧੀ ਹੋ ਜਾਂਦਾ ਇੱਕੋ ਦਮ ਬੈਠਾ ਬੈਠਾ।
क्योंकि एक तो पानी दे गिलास भर के डोलना ते एक नदी दे पानी नहीं आना, फर्क होंदा ना उहदे विच। अंदर चल रही होंदी है नदी, बस उहदा बाहर आना बाकी होंदा है, इक्को दम क्रोधी हो जाना। इस तो स्पष्ट होंदा कि अंदर क्रोध दी नदी चल रही है, इक्को दम मनुख ने दुराचार करना। इस तो स्पष्ट होंदा कि अंदर काम दी नदी चल रही सी, चल रही सी। क्रोध दी नदी है, लोभ दी नदी है, चल रही सी अंदर लोभ दी नदी। ज्यों ही इनू समा मिलिया, इस नदी नू इहने लोभ वासना दे वश होके तन सी जिहड़ा चुरा लिया। अंदर ते नदी चल रही सी, बस सिर्फ कल्ले गल मौके ते खड़ी सी भी हजे तक मौका नहीं मिलिया सी। जदों मौका मिलिया नदी का पानी बाहर निकल गया, स्पष्ट हो गया दुनिया सामने। बड़ा लोभी बंदा है, स्पष्ट हो गया सामने। ये 4 प्रकार दियां नदियां अग दियां गुरु साहिब जी महाराज कहते मनुख दे अंदर चलदियां ने। ये 4 प्रकार दियां होर भी गुरबाणी के बचन ने। बग्गा बग्गे कपड़े तीरथ मंझ वसाना। बड़े सोहने कपड़े पाए ने, बड़े चिट्टे कपड़े पाए हैं। गुरु साहिब जी महाराज कहते तू ते देखण दे विच बड़ा सोहना लग रहा है। अंतर अगन बाहर तन स्वाहा। अंदर ते अग्नि चली जाती है, वो भी 4 प्रकार दी। बाहर तन स्वाहा, बाहर तन ते स्वाहा मल के कहते तू लोकां नूं दिखावे करदा फिरदा कि मैं बहुत चंगा। गुरु नानक महाराज ने पखंडी दा पखंड दूर किया, अखां मीट के बैठ गया। दुनिया कहे कहते जी इत्थे ब्रह्म ज्ञानी जी दिलां दीयां गल्लां बुझ लैंदे ने, जाननहार ने। इन्हां नूं पहले ही पता लग जाता, पहले तो उन्होंने समाज बारे सारा कुछ ही पता लग जाता है। जेड़ा कोई मनुख अपनी हट ते बैठा होवे, वो दुकानदार नूं पता लग जाता भी गाहक कच्चा है कि गाहक पक्का है। दिल की गल पता किवें बुझ लैंदे ने, वो इस करके बुझ लैंदे ने कि जेड़े दुख ने ना, असी दुखी होए किसी के दर ते जाने ना, जेड़े दुख ने ये सारे परिवारां दे विच इक्को जिहे दुख हुंदे ने, ते जेड़े सुख ने ये भी सारे परिवारां दे विच इक्को जिहे हुंदे ने। इसे लिए जिहदे कोल असीं अपना धन लैके जाने आ, कोई पदार्थ मत्थे टेक जाओ, साडे अंदर की गल इसे करके बुझ लैंदे ने, क्योंकि उन्होंने पता हुंदा भी दुनिया ते दुख भी इक्को जिहे ने ते सुख भी इक्को जिहे ने, लड़ाइयां झगड़े भी इक्को जिहे ने। वो फर्क थोड़ा जिहा इन्ना है कि उहदे विच जदों बाबा सारे इकट्ठे होके बैठ जाते ने, फिर वो एक दुख का नाम लै दिंदे ने, जिन्हों भाई यह दुख है वो दसे। हुण कोई तो दुख किसी नूं लगे ही है ना जिंदगी नूं। असी अपना धन बर्बाद करके, समा बर्बाद करके महाराज का दर छड्ड के जाने। इत्थे गुरु नानक देव साहिब जी महाराज सारा कुछ दसी जाते हैं सानूं। दुख ते सुख ने जिहड़े ये सारी दुनिया दे सारे परिवारां दे इक्को जिहे ने। बस पता सिर्फ इन्ना क करना हुंदा है कि किहड़ा दुख किहड़े घर दे विच कदों आया ते कदों चलिया गया ते हुण किहड़ा सुख है।
ये फर्क सिर्फ इतना का है कि हुण इस वक्त मौजूदा दुख किहड़ा चल रहा है। किसी मझ गां दा दुख चल रहा है, जां किसी परिवार दे विच आपस विच लड़ाई का दुख चल रहा है, जां किसी नूं सरीरक वड्डा दुख रोग लग्या होया है। फर्क सिर्फ इतना का बस, वरना ये सारे दुख सारे परिवारां दे इक्को जिहे हुंदे ने, ते जिन्ने दुख ने ये सारे परिवारां दे विच दी निकल के जिहड़े ने वो वापस जांदे ने। सारे परिवारां दे विच इक्को जिहे दुख, सारे परिवारां दे विच इक्को जिहे सुख, ए सारे सुख दुख इक्को जिहे ने, वारी वारी आउंदे रहिंदे ने हर एक दे कोल। गुरु नानक जी गुरबाणी सुचेत करदी है, अंतर अगन बाहर तन स्वाहा। अंदर अग्नि चलती है, बड़ा कुछ तेरे अंदर चल रहा है। हुण इस तो जिहड़ा अगाहां वाला बचन है गुरु अर्जन देव साहब महाराज का, वो भी जरा सुन लीए। अंतर अगन बाहर तन स्वाहा, गल पाथर कैसे तरै अथाह। बोल देखो गुरु अर्जन देव साहब महाराज जी ने सुखमनी साहब दे विच लिखे हुए ने। इस बचन दे विच गुरु अर्जन देव साहब जी महाराज कहंदे ने कि जेड़ा तेरे गल दे विच पत्थर पाया होया ना, ये पत्थरां ने तैनूं डोब देना है। इन्हें डोब देना है। डोबणगे पता है कदों? ये तैनूं उदों डोबणगे तन हटड़ी इहो मन वणजारा। गुरु साहिब जी महाराज के बचन ने। आपां शहरां बाजारां दे विच जाने आ ना, हट्टियां ते एक बोर्ड लगे हुंदे ने, ए दुकान दे विच कपड़ा मिलदा है, इस दुकान दे विच सोना मिलदा है, इस दुकान दे विच मोबाइल मिलते ने। बड़े बड़े बोर्ड उन्होंने लिख के लाए होंदे ने। ते मनुख की करदा है, बोर्ड नूं पढ़ के ते दुकान दे अंदर चलिया जांदा है कि चलो सोना चांदी खरीदना है, कपड़ा खरीदना है, होर कुछ खरीदना है, दुकान का पता लग गया चलिया जाता। जाके फिर वो मनुख उही चीज़ खरीदनी चाहता है उस दुकान तो जिहड़ी चीज़ का बोर्ड लगे। चीज़ बोर्ड तो नहीं मिलनी, दुकान तो मिलनी है। ते गुरु साहिब जी महाराज कहते हैं कि जेड़ा तेरा ये जिंदगी है, इते भी एक बोर्ड लग्या होया है, तन हटड़ी इहो मन वणजारा। हट्टी बोर्ड लग्या होया है। हट दे विच जदों कोई गाहक जांदा है, जे हट दे विचों सौदा ना मिले फिर ये लानतां पा के मुड़ के आउंदे ना गाहक नूं कि बोर्ड ते तो बड़ा बड़ा ला रखिया है, बोर्ड बड़ा बड़ा ला रखिया है, ते पर तेरी हट्टी दे विच ते सौदा ही कोई नहीं है, लईए की। बोर्ड ते बड़े लगते ने ना, बाकी तो बोर्ड भावें छोटे लग जान। दुनियादारी दे विच जिथे सब तो वध जहरीला नशा होवे ना, उत्थे बोर्ड बड़े लगे होंदे। लिखिया हुंदा ना लाल अखरां दे विच, एक दुकान ते लिखिया हुंदा है कि ये चीज़ इत्थों ऐ मिलती है, जहर मिलती है, कैमीकल मिलता है। वो बड़े अखरां दे विच इसे करके लाउंदे ने कि बेचारा किसी दियां ये ना होवे भी कि नज़रां तो माड़ियां मोटियां कमज़ोर होण, किते कोई निकल ना जाए, पता ना लगे। इसे करके वो बड़ा बोर्ड ला देंदे ने। हुण पता तो तुहानूं भी है भी किहड़ी चीज़ का बड़ा बोर्ड लगता है। खैर बड़े बड़े बोर्ड ला के
दुकान की मशहूरी की है, दुकान ते गाहक गया तो अंदरों सौदा कोई नहीं मिलिया, नहीं मिलिया। फिर वो गाहक की करता है, उन्होंने लानतां पाउंदा है। दुनिया ते बोर्ड भी पट के लै जाती है, बोर्ड पाड़ दिंदे ने, बोर्ड पाड़ दिंदे ने। गुरु नानक देव साहिब जी महाराज समझाते हैं, तन हटड़ी हो मन बनजारा। ऐ जिहड़ा तेरा तन है हटड़ी है, मन बनजारा, इस दे विच मालक बन के बैठ के सौदा वेचदा है। गुरु साहिब जी महाराज कहते, जिहड़ा तेरे कोले आया उन्होंने सौदा दे के तोरी, खाली ना मोड़ी, किसी ने दे के तोरी, फिर तू इस समाज दे विच प्रवान होवेगा। पर जे कदे बोर्ड किसी गल दा होर लग्या होवे भी सिउना मिलदा है, ते अंदर दुकान होवे कपड़े दी, बोर्ड किसी चीज़ दा होर लग्या होवे, दुकान होवे किसी चीज़ दी होर, समाज दे विच बहुता चिर नहीं चलदी। बोलो सतनाम। यही तो गुरु अर्जन देव साहिब जी महाराज कह रहे हैं, तू बोर्ड ते लाया कि मैं बहुत बड़ा धार्मिक बंदा भाई, मेरे विचों धर्म की सुगंध आउंदी है, बोर्ड ते ला लिया। गल पाथर कैसे तरह अथाह, गुरु साहिब जी महाराज कहते बोर्ड लाई फिरदा धर्म का, धर्म के चिन्हां का बोर्ड लाई फिरदा है। महाराज कहते तेरे कोले धर्म का तो सौदा कोई नहीं है, ही नहीं सौदा तेरे कोले। जब सौदा ही है नहीं तेरे कोले, तो फिर तेरे ये बोर्ड भी पट्टे जाने ने, बोर्ड पट्टे जाने ने तेरे जेड़े लाई बैठे। जे सौदा है नहीं, जे साडे कोले सौदा है नहीं, ताही परमात्मा दे एडे वड्डे घर नूं छड्ड के दुनिया पखंडियां दे डेरियां ते चली गई। बोलो सतनाम। साडे कोल है ही कुछ नहीं, है ही कुछ नहीं साडे कोल, असीं दिंदे कुछ नहीं। जे किसी कोल है तो गुरु अर्जन देव साहिब जी महाराज कहते ने, बोर्ड किसी गल दा होर लग्या है, दुकान किसी चीज़ की होर है तेरे कोल। शायद नहीं समझे, चलो फिर मैं स्पष्ट लफ्ज़ों के विच ही कह दिना, गुरु अर्जन देव साहिब महाराज के बोल ने, अपने किहड़ा आपदे बोल ने। अंतर अगन बाहर तन सुआहा, गल पाथर। सजना, जे अंदर चारे नदियां दी अग चल रही है ना, तो जिन्ना कुछ तो तन ते धार्मिक पा रहे हैं, महाराज कहते ये पत्थरां दी माला अपने गल विच पाई बैठा है। बोलो सतनाम। गल पाथर कैसे तरह अथाह, गुरु अर्जन देव साहिब महाराज कहते दस तां सही, जे तेरे गल दे विच कोई क्वांटल 2 क्वांटल पत्थर पा दे, वो पत्थर तेरे गल दे विच पा दे, सागर तो किहड़े हिसाब नाल पार होवेगा, किहड़े हिसाब दे नाल पार होवेगा। ये पत्थरां दी माला पा के तैथों पार नहीं होया जाना, महाराज कहते डुबेगा। गल पाथर, फिर ये पत्थरां दा रूप बन जाना इसने। महाराज गुरु अर्जन देव साहिब महाराज कहते ने, इन्हां नूं पत्थरां दा रूप ना बना ली, धार्मिक चिन्हां नूं, इन्हां नूं बेड़ी दा रूप बना ली, ताकि तेरी जिंदगी इन्हां धार्मिक चिन्हां दे सहारे पार निकल जाए। बेड़ी का रूप बना के रखी, पत्थर ना बना ली इन्हां नूं धार्मिक चिन्हां नूं। इसे पंक्ति दे विच महाराज कहते हैं, गल पाथर कैसे तरह अथाह, बोर्ड कोई होर लग्या तेरे शरीर ते, अंदर दुकान किसी चीज़ की होर है। महाराज कहते दुनिया दे विच चला लेगा, पर इस घर दे विच नहीं चलनी, इत्थे नहीं चलनी महाराज दे घर विच। बोर्ड होर लाया है, दुकान किसी चीज़ की होर है। बोर्ड लाया कि मैं धार्मिक चिन्ह ने मेरे दे कोल, मैं धार्मिक बंदा है, अंदर अग्नि चल रही है तेरे काम दी, क्रोध दी, हंकार दी, तृष्णा दी। महाराज कहते इस घर दे विच तों प्रवान नहीं होवेगा। ये तो फिर समझ लई
कि पत्थरां दी माला तू अपने गल दे विच पा लई है ते हुण डुब्बण वास्ते तैयारी कर ले। ते सारी दियां सारियां हम देखा तह डूबी ले। महाराज कहंदे मैं देख रहा कि इहो जिहियां जिंदगियां किन्नियां ने जिहड़ियां पत्थरां दे नाल डुब रहीआं ने। अंतर अगन बाहर तन सुआहा, गल पाथर कैसे तरह था। बोरड़ ते सारिਆਂ ने लाए हुए ने। दुकान दे विच जो सौदा मिलना चाहिए सी वो नहीं मिलिया। अंदर ते कुछ भी नहीं है, खाली दुकान पई है। ते गुरु साहिब जी महाराज कहते ने फिर ये जिहड़े तू बोरड़ लाई जाना है, ये जिन्ना कुछ भी तू अपने तन ते करी जाना ना, इस ने तैनों पत्थरां दा रूप बन के ही डोब देना है अंदर जे तेरे अगन चलती हुई थी। हुण बेहतर जिंदगी है कि वह जिंदगी बेहतर है जिहड़ी जिंदगी अंदरों सवारी जावे, बाहरों कोई गल नहीं। क्योंकि रौला बाहर की जिंदगी का नहीं है। बाहर की जिंदगी का की रौला है? कदे बच्चे नूं कहना पैंदा है भी रब्बा मैनू जवानी दे दे, की रौला है? कदे जवान नूं कहना पैंदा भी रब्बा मैनू बुढ़ेपा दे दे, कोई रौला ही नहीं। वो तो सब कुछ मिल रहा है। रौला बाहर की जिंदगी का नहीं चल रहा, रौला अंदर की जिंदगी का चल रहा है कि अंदरों मनुख किन्ना क खोटा है। अंदरों थोथा कूड़ियार, अंदरों तो बिल्कुल कूड़ा ही कूड़ा भर गया, अंदरों बिल्कुल तू थोथा हो गए हैं। तो गुरु का शब्द महाराज जियां दा हर एक मनुख दे सुचेत करते हैं महाराज जी। इस तो पहला कि तेरी जिंदगी ना पत्थरां दे सहारे डुब जे, पत्थर नाल लैके तेरी जिंदगी नूं डुब जान। गुरु साहिब जी महाराज कहते तू परमात्मा दे नाम दा सिमरन करया कर ताकि तैनूं इन्हां गल्लां दा ज्ञान हो जे। अंदर अग्नि, अंतर अगन बाहर तन सुआहा, गल पाथर कैसे तरह अथाह। अंदर अग चल रही है ते बाहरों सुचेत हो जाता है मनुख। आ बाहरों सुचेत मनुख आप ते भावें ना होवे। आ जिहड़े वड्डे धार्मिक बंदे ने ये बाला सही सुचेत करते हैं बंदे नूं, ये समझाउंदे ने। फिर बाबे नानक दा समझाया तो कोई समझिया नहीं, फिर ये समझाउंदे ने। ये फिर समझाउण दा तरीका भी हुण तो बहुत कुछ कर लिया, बड़े माड़े कर्म करदा रहा, बड़ियां लड़ाइयां कीतियां, बड़ा हुण खा पी लिया, हुण तो सारा कुछ खा पी लिया हंडा लिया, हुण तू ऐ कर रब दे लड़ लग जा। आसी कहने हुन्ने ना भी तू रब दे लड़ लग जा। बाले सियाणे बनते हुन्ने आ, ते जे कोई इन्ना सियाणा बनता है गुरु अर्जन देव साहिब महाराज दे सुखमनी साहिब दे विच फिर पढ़िया करो बोल। महाराज कहते ने तेरे आपदे कोले ते हट है नहीं, तू दूजे नूं कही जाना भी हट्टी है सौदे दी पाला, तेरे कोल सौदा है नहीं। तू अपनी हट दे विच अपना सौदा रख, बाकी दीयां गल्लां छड्ड दे। क्योंकि जिहड़े परमात्मा ने सृष्टि पैदा की है वो परमात्मा खुद इस सृष्टि का मालक है। परमात्मा हर एक नूं समझा लेगा। ते मनुख असी तो कहने हुण तो परमात्मा दे लड़ लग जा। चलो परमात्मा दे लड़ लगन का फिर आसान जा तरीका बंदे ने लभ्या होया। सब कुछ खाओ पीओ मौजां लो, जदों पता लग गया भी हुण खाधा पीता तो जाता नहीं। आ बथेरे जदों वड्डी उम्र हो जाए ना, माफ़ करियो, जदों वड्डी उम्र हो जाए कहते जी आपां तां सारा कुछ खाना पीना छड्डता। अच्छा खाना पीना हुण शौकना नहीं छड्डिया, हुण तैनूं पता सी भी मजबूरी बन गई, हुण खाधा नहीं जाता, शरीर तो झल्लिया नहीं जाता, तां छड्डिया। फिर कह देनी जी गुरु गोबिंद सिंह महाराज ने आख्या सी कि तुसीं ना अपना दाड़ा रखना, ते बड़ा असीं सोहना दाड़ा रख लिया ना। जदों गुरु गोबिंद जदों कटाउंदा हुंदा सी ते उदों तैनूं गुरु गोबिंद सिंह महाराज कहंदे जांदे सी भी हुण कटाई चल। ये जिहड़ा रखिया ना
ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਰਿਆਂ ਨੇ ਨਹੀਂ ਰੱਖਿਆ, ਮੈਨੂੰ ਮਾਫ ਕਰਿਓ, ਇਹ ਤਾਂ ਦੁਨੀਆ ਦੇ ਮਾਰਿਆਂ ਨੇ ਰੱਖਿਆ। ਵੀ ਹੁਣ ਲੋਕ ਕਹਿਣਗੇ ਵੀ ਚੌਰਿਆ ਹੁਣ ਤਾਂ ਤੂੰ ਸ਼ਰਮ ਕਰ ਲਾ, ਦਾੜੀ ਰੱਖ ਲਾ। ਲੋਕਾਂ ਦੇ ਮਾਰਿਆਂ ਨੇ ਰੱਖਿਆ। ਜਿੰਨਾ ਕੁਛ ਕੀਤਾ ਉਹ ਲੋਕਾਂ ਦੇ ਮਾਰਿਆਂ ਨੇ ਕੀਤਾ, ਦੁਨੀਆ ਦੇ ਮਾਰਿਆਂ ਨੇ ਕੀਤਾ। ਜਰਾ ਸੁਖਮਨੀ ਸਾਹਿਬ ਪੜ੍ਹਿਆ ਕਰ, ਮਹਾਰਾਜ ਤੇਥੋਂ ਪੁੱਛਣਗੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਰਮਾਤਮਾ ਦੇ ਆਖੇ ਲੱਗ ਕੇ ਤੂੰ ਕੀ ਕੀਤਾ? ਪਰਮਾਤਮਾ ਦੇ ਆਖੇ ਲੱਗ ਕੇ ਕੀ ਕੀਤਾ ਤੂੰ? ਬਥੇਰੇ ਬਜ਼ੁਰਗ ਮਿਲ ਜਾਂਦੇ ਨੇ। ਆ ਮੈਨੂੰ ਥੋੜੇ ਦਿਨ ਹੀ ਹੋਇਆ ਬਜ਼ੁਰਗ ਮਿਲੇ, ਉਹਨਾਂ ਨੇ ਵਿਚਾਰਿਆਂ ਨੇ ਇਹੀ ਗੱਲ ਕਹੀ। ਕਹਿੰਦੇ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਕਹਿੰਦੇ ਦਾੜੇ ਦਾ ਬਾਲ ਨਾ ਮਨੁੱਖ ਨੂੰ ਸਾਂਭ ਕੇ ਰੱਖਣਾ ਚਾਹੀਦਾ। ਮੈਂ ਕਿਹਾ ਜੀ ਬਹੁਤ ਵਧੀਆ ਗੱਲ ਹੈ, ਮਹਾਰਾਜ ਨੇ ਕਿਹਾ ਤਾਂ ਤੁਸੀਂ ਵੀ ਬੜਾ ਸੋਹਣਾ ਦਾੜਾ ਰੱਖਿਆ। ਕਹਿੰਦੇ ਹਾਂ ਜੀ 5-7 ਸਾਲ ਹੀ ਹੋਏ ਨੇ ਰੱਖੇ ਨੂੰ। ਮੈਂ ਕਿਹਾ ਤੇ ਫਿਰ ਉਦੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੈਨੂੰ ਘਰੇ ਆ ਕੇ ਕਹਿੰਦਾ ਹੁੰਦਾ ਸੀ ਵੀ ਆ ਲੈ ਲੈ ਕੈਂਚੀ ਤੇ ਕੱਟ ਲੈ? ਉਦੋਂ ਰੱਖਣਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਪਨੇ ਤੋਂ ਸ਼ੁਰੂ ਕਰਕੇ ਜਦੋਂ ਇਸ ਮੁੱਖ ਦੇ ਉੱਪਰ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਾੜਾ ਦਿੱਤਾ ਸੀ, ਉਦੋਂ ਰੱਖਣਾ ਸੀ। ਉਦੋਂ ਦੁਨੀਆ ਦਾ ਮਾਰਾ ਕਟਾਉਂਦਾ ਰਿਹਾ ਕਿ ਦੁਨੀਆ ਕਹੂ ਤੂੰ ਤੇ ਬੁੱਢਾ ਹੋ ਗਿਆ। ਅੱਜ ਦੁਨੀਆ ਕਹਿੰਦੀ ਹੈ ਕਿ ਬੁੱਢਿਆ ਹੁਣ ਤੂੰ ਦਾੜਾ ਤੇ ਰੱਖ ਲੈ। ਅੱਜ ਦੁਨੀਆ ਦੇ ਮਾਰੇ ਨੇ ਰੱਖ ਲਿਆ। ਦੁਨੀਆ ਦਾ ਮਾਰਾ ਕਟਾਉਂਦਾ ਰਿਹਾ, ਦੁਨੀਆ ਦੇ ਮਾਰੇ ਨੇ ਰੱਖਿਆ। ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਥੋਂ ਆ ਗਏ? ਜਰਾ ਸੋਚਿਆ ਕਦੇ ਕਿਸੇ ਨੇ? ਗੁਰੂ ਸਾਹਿਬ ਜੀ ਮਹਾਰਾਜ ਸੁਚੇਤ ਕਰਦੇ ਨੇ, ਐਵੇਂ ਥੋੜ੍ਹਾ ਅਸੀਂ ਵਾਰੀ ਵਾਰੀ ਜਿਹੜੇ ਹੈ ਨੱਕ ਰਗੜਦੇ ਹਾਂ ਕਿ ਭਾਈ ਸੁਖਮਨੀ ਸਾਹਿਬ ਦਾ ਪਾਠ ਆਪਣੇ ਘਰਾਂ ਵਿੱਚ ਕਰਿਆ ਕਰੋ। ਉਹਦੇ ਵਿੱਚ ਮਹਾਰਾਜ ਸਾਰੀਆਂ ਗੱਲਾਂ ਤੋਂ ਸੁਚੇਤ ਕਰਦੇ ਨੇ। ਮਹਾਰਾਜ ਕਹਿੰਦੇ ਤੈਨੂੰ ਸੁਚੇਤ ਕਰਦੇ ਆ, ਕਿਤੇ ਧਰਮ ਦੇ ਚਿੰਨ੍ਹ ਪਾਈ ਫਿਰਦਾ ਹੈ, ਜਰਾ ਸੁਚੇਤ ਹੋ ਜਾ, ਕਿਤੇ ਇਹ ਪੱਥਰ ਤਾਂ ਨਹੀਂ ਆਪਣੇ ਗਲ ਵਿੱਚ ਪਾਈ ਫਿਰਦਾ, ਕਿਤੇ ਡੁੱਬ ਨਾ ਜਾਵੇਂ। ਗਲ ਪਾਥਰ ਕੈਸੇ ਤਰੈ ਅਥਾਹਾ, ਅੰਦਰ ਜੇ ਤੇਰੇ ਅੱਗ ਚੱਲ ਰਹੀ ਹੈ 4 ਪ੍ਰਕਾਰ ਦੀ, ਤੇ ਸਮਝ ਲਈ ਕਿ ਧਰਮ ਦੇ ਜਿਹੜੇ ਚਿੰਨ੍ਹ ਨੇ ਇਹ ਪੱਥਰਾਂ ਦਾ ਰੂਪ ਬਣ ਜਾਣਗੇ। ਜੇ ਅੰਦਰੋਂ ਸ਼ਾਂਤ ਹੈ ਬਿਲਕੁਲ ਗੁਰੂ ਦੇ ਸ਼ਬਦ ਦੇ ਨਾਲ, ਤੇ ਫਿਰ ਮਹਾਰਾਜ ਕਹਿੰਦੇ ਇਹ ਧਰਮ ਦੇ ਚਿੰਨ੍ਹ ਬੇੜੀ ਦਾ ਸਹਾਰਾ ਬਣਾ ਕੇ ਤੈਨੂੰ ਤੇਰੀ ਜ਼ਿੰਦਗੀ ਨੂੰ ਪਾਰ ਲਾ ਦੇਣਗੇ। ਹੁਣ ਮਰਜ਼ੀ ਤੇਰੇ ਤੇ ਖੜੀ ਹੈ ਕਿ ਇਹਨਾਂ ਨੂੰ ਬੇੜੀ ਦਾ ਰੂਪ ਬਣਾ ਕੇ ਪਾਰ ਲੰਘਣਾ ਹੈ, ਕਿ ਇਹਨਾਂ ਨੂੰ ਗਲ ਦੇ ਵਿੱਚ ਪੱਥਰ ਪਾ ਕੇ ਸਾਗਰ ਦੇ ਵਿੱਚ ਡੁੱਬਣਾ ਹੈ। ਸੰਸਾਰ ਦੇ ਵਿੱਚ ਡੁੱਬਣਾ ਹੈ ਜਾਂ ਸੰਸਾਰ ਦੇ ਵਿੱਚੋਂ ਪਾਰ ਹੋਣਾ ਹੈ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸੁਖਮਨੀ ਸਾਹਿਬ ਦੇ ਬੋਲ ਨੇ। ਸੁਖਮਨੀ ਸਾਹਿਬ ਦੇ ਅੰਦਰ ਬੜੇ ਅਨਮੋਲ ਵਚਨ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਕੀਤੇ ਹਨ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਮਹਾਰਾਜ ਜੀ ਜਦ ਵੀ ਰਹਿਮਤਾਂ ਬਖਸ਼ਿਸ਼ਾਂ ਕਰਦੇ ਨੇ, ਤੋ ਜਦੋਂ ਪਰਮਾਤਮਾ ਰਹਿਮਤ ਕਰੇ, ਬਖਸ਼ਿਸ਼ ਕਰੇ, ਉਸ ਵਕਤੀ ਪਰਮਾਤਮਾ ਦੀ ਰਹਿਮਤ ਨੂੰ, ਪਰਮਾਤਮਾ ਦੀ ਬਖਸ਼ਿਸ਼ ਨੂੰ, ਉਹਦੀ ਸਾਂਭ ਸੰਭਾਲ ਕਰ ਲਿਆ ਕਰੋ। ਉਸੇ ਵਕਤ ਜਦੋਂ ਰਹਿਮਤ ਕੀਤੀ, ਮਹਾਰਾਜ ਨੇ ਬਚਪਨਾ ਦਿੱਤਾ ਸੀ, ਉਦੋਂ ਮਾਂ ਬਾਪ ਰੱਬ ਦਾ ਰੂਪ ਬਣਾ ਕੇ ਤੇਰੇ ਵਾਸਤੇ ਭੇਜੇ ਸੀ। ਜਵਾਨੀ ਆ ਗਈ, ਅੱਜ ਹੋਸ਼ ਸੰਭਾਲ ਗਿਆ, ਤੈਨੂੰ ਸਭ ਕੁਝ ਪਰਮਾਤਮਾ ਨੇ ਦਿੱਤਾ ਹੈ। ਅੱਖਾਂ ਦੀ ਰੌਸ਼ਨੀ ਦਿੱਤੀ ਹੈ, ਬੋਲਣ ਵਾਸਤੇ ਜੀਭਾ ਦਿੱਤੀ ਹੈ, ਹੱਥ ਪੈਰਾਂ ਦੇ ਨਾਲ ਕੰਮ ਧੰਦੇ ਕਿਰਤ ਕਮਾਈ ਕਰ, ਆਪਣੀ ਸਭ ਕੁਝ ਕਰ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨਾਲ ਨਾਲ ਤੂੰ ਪਰਮਾਤਮਾ ਦਾ ਨਾਮ ਵੀ ਜਪਿਆ ਕਰ। ਤੈਨੂੰ ਇਹ ਸਭ ਕੁਝ ਪਰਮਾਤਮਾ ਨੇ ਦਿੱਤਾ ਹੈ। ਆਪਣੀ ਜਵਾਨੀ ਕਿਵੇਂ ਸਾਂਭ ਲਈ, ਬਚਪਨਾ ਕਿਵੇਂ ਸੰਭਾਲਿਆ ਗਿਆ ਤੇਰਾ? ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਦੋਂ ਜਵਾਨੀ ਦੇ ਵਿੱਚ ਪਰਮਾਤਮਾ ਦੀ ਦਿੱਤੀ ਹੋਈ ਦਾਤ ਮਿਲਦੀ ਹੈ, ਸਮੇਂ ਸਮੇਂ 'ਤੇ ਸਭ ਨੂੰ ਮਿਲਦੀ ਹੈ, ਸਮੇਂ ਸਮੇਂ 'ਤੇ ਇਹਦੀ ਸਾਂਭ ਸੰਭਾਲ ਕਰ। ਅੱਜ ਪਰਮਾਤਮਾ ਨੇ ਜਵਾਨੀ ਦੇ ਵਿੱਚ ਕਾਲਾ ਦਾੜਾ ਦਿੱਤਾ ਸੀ, ਲੈ ਹੁਣ ਇਹਦੇ ਵਿੱਚ ਚਿੱਟੇ ਵੀ ਆਉਣਗੇ, ਇਹਨਾਂ ਦੀ ਸਾਂਭ ਸੰਭਾਲ ਕਰ। ਦੇਖੀ ਕਿਤੇ ਕਲਫ ਕੁਲਫ ਜੀ ਲਾ ਕੇ ਕਹਿੰਦੇ ਐਵੇਂ ਨਾ ਇਹਨਾਂ ਨੂੰ ਕਾਲੇ ਕਰੀ ਜਾਈਂ, ਕਿੰਨਾ ਕੁ ਚਿਰ ਕਾਲੇ ਕਰੇਗਾ, ਅਕਸਰ ਤਾਂ ਇਹਨਾਂ ਨੇ ਚਿੱਟੇ ਹੋ ਹੀ ਜਾਣੇ। ਤੋ ਜਦੋਂ ਪਰਮਾਤਮਾ ਦੀ ਦਾਤ ਮਿਲੇ, ਉਸੇ ਵਕਤ ਮਨੁੱਖ ਦਾ ਫਰਜ਼ ਬਣਦਾ ਹੈ ਪਰਮਾਤਮਾ ਦੀ ਦਾਤ ਦੀ ਸਾਂਭ ਸੰਭਾਲ ਕਰਨੀ। ਤੋ ਇਹੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੇ ਤੇਰੇ 'ਤੇ ਬਖਸ਼ਿਸ਼ ਕੀਤੀ ਹੈ, ਤੈਨੂੰ ਧਰਮ ਦੇ ਚਿੰਨ੍ਹ ਦੇਤੇ ਨੇ, ਤੇ ਇਹਨਾਂ ਦੀ ਹੁਣ ਸਾਂਭ ਸੰਭਾਲ ਕਰ। ਮਹਾਰਾਜ ਜੀ ਕਹਿੰਦੇ ਹੁਣ ਮਰਜ਼ੀ ਤੇਰੇ 'ਤੇ ਹੈ, ਭਾਵੇਂ ਇਹਨਾਂ ਨੂੰ ਪੱਥਰ ਬਣਾ ਕੇ ਗਲ ਦੇ ਵਿੱਚ ਪਾ ਕੇ ਤੇ ਡੁੱਬ ਜਾ ਸੰਸਾਰ ਦੇ ਵਿੱਚ, ਭਾਵੇਂ ਇਹਨੂੰ ਬੇੜੀ ਦਾ ਰੂਪ ਬਣਾ ਕੇ ਤੇ ਭਵ ਸਾਗਰ ਦੇ ਵਿੱਚੋਂ ਪਾਰ ਹੋ ਜਾ।
अंतर अगन बाहर तन सुआहा, गल पाथर कैसे धरै अथाह। गुरु साहिब जी महाराज किरपा करन। समाप्ति का समा, भुलां चुकां दी खिमा। आईयां संगतां दा बहुत धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।